अगर यही हम कनाडा में होते, वहाँ पे ऐसा कुछ नहीं होता है। पहली बात, इतने की कभी नौबत ही नहीं आती है ना। और हम इंडिया में रहते हैं और हमारे यहाँ पे हम मतलब इतनी ज़्यादा वर्किंग पॉपुलेशन है, फिर भी हमारी देश का ये हाल है। इट जस्ट हर्ट्स, दुख होता है, रोना आता है। पंजाब आ, हरियाणा, यूपी आ, अलग अलग स्टेट्स इकट्ठियां आई हैं कि फार्मर्स के लिए कुछ चेंज होगा। आई होप सो, फिंगर्स क्रॉस्ड, है ना। मन तो ये करता है कि कुछ होए, ताकि बाबा मेहर रखे तो होएगा भी, राइट। जब हम आज़ादी से पहले भगत सिंह हो गए, गांधी जी हो गए, मौलाना आज़ाद हो गए, हिंदू मुस्लिम सिख ईसाई सब खुदा के बंदे कहते सीगे। आज़ादी तो बाद असी सब कुछ छोड़ छड़ दिता, फिर अंग्रेज़ों वाली हालत असी कर देती है ने। आई थिंक ये मूवमेंट हम सबको एज अ कंट्री इकट्ठा लेके आएगा कि एज अ कंट्री हम लोगों ने इकट्ठा कैसे सोचना है ताकि हमारी कंट्री की प्रोग्रेस हो सके। ਇਹ ਉਹੀ ਰਾਠੀ ਹੈ ਜਿਨ੍ਹਾਂ ਦੇ ਪੋਸਟਰ ਲੱਗੇ ਹੋਏ ਆ ਕਿ ਕੁਝ ਵੀ ਕਿਸਾਨੀ ਧਰਨੇ ਦੇ ਵਿੱਚ ਚਾਹੀਦਾ ਤਾਂ ਕਾਲ ਕਰੋ। हाँ, वो नफ़े सिंह राठी, हाँ मेरे फादर 2 टाइम MLA रहे हैं पहले और INLD के स्टेट प्रेसिडेंट भी हैं। हाँ, बट वो पॉलिटिक्स से अलग होके हम करते हैं, सिर्फ पॉलिटिक्स इसमें कोई इन्वॉल्व नहीं है। तो अभी इन्होंने कोशिश की हमें SYL के मुद्दे पे बांटने की, हम ना तो उस पर बटे। फिर इन्होंने कोशिश की हमें हिंदू मुसलमान के नाम पे, हिंदू सिख के नाम पे बांटने की, ना हम उस पर बटे। और फिर इन्होंने कोशिश की कि खालिस्तानियों के नाम पे इन्हें बांट दे कि ये तो आतंकवादी है। जो किसान इस देश का पेट पालता है, जो जिसे अन्नदाता कहते हैं, जिसका खाते हैं ये नेता लोग, उसी को आतंकवादी कह रहे हैं। तो नेशनल मीडिया से आप देखोगे ना, आपको नेशनल मीडिया से किसानों का मुद्दा कम और बंगाल का मुद्दा ज़्यादा दिखेगा, क्योंकि बंगाल में चुनाव है। ठीक है, जहाँ चुनाव है वहीं पे बवाल है। ਸਤਿ ਸ਼੍ਰੀ ਅਕਾਲ ਜੀ, ਮੈਂ ਨਵਰੀਤ ਸਿਵਿਆ, ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ। ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਫਿਲਹਾਲ ਹਰ ਚੀਜ਼ ਆ ਜਿਹੜੀ ਉਹ ਕਿਸਾਨੀ ਧਰਨੇ ਦੇ ਵਿੱਚ ਲੋਕ ਲੈ ਕੇ ਪਹੁੰਚ ਰਹੇ ਆ। ਤੇ ਆ ਜਿਹੜੇ ਅਸੀਂ ਕੈਂਟਰ ਤੇ ਖੜੇ ਆ, ਇਹਦੇ ਵਿੱਚ ਆਏ ਨੇ ਗਰਮ ਸੂਟ ਜਿਹੜੇ ਲੋਕ ਵੰਡ ਰਹੇ ਆ। ਮੈਂ ਇਹਨਾਂ ਨਾਲ ਵੀ ਗੱਲਬਾਤ ਕਰਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਆ ਤੁਹਾਡਾ? ਸਰਬਜੀਤ ਸਿੰਘ ਜੀ ਵਿਰਕ। ਸਰਬਜੀਤ ਸਿੰਘ ਵਿਰਕਾ, ਕਿਹੜੀ ਜਗ੍ਹਾ ਤੋਂ ਬਾਈ? ਅਸੀਂ ਚੰਡੀਗੜ੍ਹੋਂ ਆਏ ਆ ਜੀ। ਅੱਛਾ, ਤੇ ਆ ਪੂਰਾ ਭਰ ਕੇ ਲਿਆਇਆ ਹੈ? ਹਾਂਜੀ ਹਾਂਜੀ ਹਾਂਜੀ। ਅੱਛਾ, ਤੇ ਇਹ ਕਾਰਨ ਕੀ ਸੀ, ਕਿਉਂ ਲੱਗਿਆ ਤੁਹਾਨੂੰ ਵੀ ਇੱਥੇ ਯਾਰ ਆਪਾਂ ਨੂੰ ਜਾ ਕੇ ਇਦਾਂ ਡਿਸਟ੍ਰੀਬਿਊਟ ਕਰਨੇ ਚਾਹੀਦੇ ਆ? ਇਹ ਆਈਡੀਆ ਥੋੜਾ ਜਿਹਾ ਮੈਡਮ ਦਾ ਜ਼ਿਆਦਾ ਸੀਗਾ। ਅੱਛਾ, ਬਾਕੀ ਸਾਨੂੰ ਇਹ ਲੱਗਿਆ ਕਿ ਯਾਰ ਅਸੀਂ ਜਿੰਨਾ ਕੁ ਕੰਟਰੀਬਿਊਟ ਕਰ ਸਕਦੇ ਆ ਉੱਥੇ ਬੈਠ ਕੇ ਇੱਥੇ ਆ ਕੇ ਸਾਨੂੰ ਐਫਰਟ ਕਰਨੀ ਚਾਹੀਦੀ ਹੈ। ਸੋ ਇਸ ਕਰਕੇ ਸਾਡਾ ਆਇਆ ਕਿ ਵੀ ਅਸੀਂ ਰੋਜ਼ ਤਾਂ ਜੇ ਨਹੀਂ ਆ ਸਕਦੇ, ਪਰ ਇੱਕ ਦਿਨ ਆ ਕੇ ਜੇ ਅਸੀਂ ਆਪਣਾ ਪੂਰਾ ਦਿਨ ਲਗਾ ਕੇ ਜਿੰਨਾ ਵੀ ਬੈਸਟ ਹੋ ਸਕਦਾ ਸਾਨੂੰ ਕਰਨਾ ਚਾਹੀਦਾ। ਤੇ ਉਸ ਦੇ ਲਈ ਸਾਡਾ ਹੀ ਮਕਸਦ ਸੀਗਾ ਕਿ ਵੀ ਆਪਾਂ ਜਿਹੜੇ ਇੱਥੇ ਲੋਕੀ ਬੈਠੇ ਨੇ ਠੰਡ ਵਿੱਚ, ਮਾਹੌਲ ਦੇ ਵਿੱਚ, ਉਹਦੇ ਵਿੱਚ ਸਾਨੂੰ ਲੱਗਿਆ ਕਿ ਵੀ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਰੱਬ ਦਾ ਆਈ ਥਿੰਕ ਜਿੱਦਾਂ ਕਹਿੰਦੇ ਨਾ, ਗੁਰੂ ਨਾਨਕ ਪਾਤਸ਼ਾਹੀ ਦਾ ਲੰਗਰ ਲੱਗਿਆ ਹੋਇਆ, ਤੇ ਹੁਣ ਇਸ ਲੰਗਰ ਦੇ ਵਿੱਚ ਇੰਨੀਆਂ ਚੀਜ਼ਾਂ ਆ ਗਈਆਂ ਨੇ, ਇੰਨਾ ਨਵਾਂ ਹਰ ਇੱਕ ਬੰਦਾ ਆਪਣੇ ਵੱਲੋਂ ਕੋਈ ਨਵੀਂ ਚੀਜ਼ ਨਵਾਂ ਦੇਣਾ ਚਾਹ ਰਿਹਾ ਜਿਹੜਾ ਕਿ ਲੋਕ ਉਹਨੂੰ ਯੂਜ਼ ਕਰਨ। ਸੋ ਮੈਨੂੰ ਲੱਗਦਾ ਕਿ ਲੰਗਰ ਉੱਥੇ ਇੰਨਾ ਹੈਗਾ ਤਾਂ ਹਰ ਬੰਦਾ ਇਹੀ ਚਾਹੁੰਦਾ ਕਿ ਕੋਈ ਨਵੀਂ ਚੀਜ਼ ਕੋਈ ਆ ਸਕੇ। ਬਾਕੀ ਚੀਜ਼ਾਂ ਜਿਹੜੀਆਂ ਜ਼ਰੂਰਤ ਦੀਆਂ ਉਹ ਲੋੜ ਨੇ। ਆ ਤੁਸੀਂ ਬਾਰੀ ਸੰਭਿਓ ਭੈਣੇ, ਤੁਸੀਂ ਇੱਧਰ ਨੂੰ ਆਇਓ ਇੱਕ ਮਿੰਟ ਗੱਲ। ਤਾਂ ਅਸੀਂ ਤੁਸੀਂ ਜਿਵੇਂ ਦੇਖ ਹੀ ਸਕਦੇ ਹੋ, ਥੋੜਾ ਮੈਨੂੰ ਖੜੇ ਹੋਣ ਚ ਫਿਲਹਾਲ ਹਾਂ ਇਸ ਸਾਈਡ ਤੇ ਮੈਂ ਠੀਕ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਰਮਨੀਤ ਕੌਰ। ਰਮਨੀਕ, ਹਾਂਜੀ। ਓਕੇ, ਕਿਹੜੇ ਤੁਸੀਂ ਚੰਡੀਗੜ੍ਹ ਤੋਂ ਹੀ? ਹਾਂਜੀ ਹਾਂਜੀ ਇਕੱਠੇ ਆ ਜੀ। ਵੈਸੇ ਕੈਨੇਡਾ ਤੋਂ ਕਹਿ ਰਹੇ ਸੀ? हाँ, मतलब ओरिजिनली फ्रॉम कनाडा। ਵਿਆਹ ਕਰਾ ਕੇ ਅਸੀਂ ਇੰਡੀਆ ਲੈ ਆਏ ਮੈਡਮ ਨੂੰ। ਯਾਰ ਆਹ ਤਾਂ ਬਿਲਕੁਲ ਹੀ ਵੱਡੀ ਕਹਾਣੀ ਆ। ਇਹੀ ਤਾਂ ਸਾਡਾ ਤਾਂ ਰੌਲਾ ਹੀ ਇਹ ਆ ਵੀ ਯਾਰ ਵਾਪਸ ਰੱਖੀ ਇੱਥੇ, ਹਨਾ। ਮਤਲਬ ਸਾਡੇ ਚੈਨਲ ਦਾ ਥੀਮ ਇਹ ਆ ਵੀ ਅਸੀਂ ਆਪਦੀ ਲੋਕਲ ਜਿਹੜੀ ਜ਼ਮੀਨ ਆ ਇੱਥੇ ਰਹੀਏ ਤੇ ਇੱਥੇ ਜਿਉਣਾ ਸਿੱਖ ਗਏ। ਉੱਥੇ ਕਿਹੜੇ ਸ਼ਹਿਰ 'ਚ ਸੀ ਤੁਸੀਂ? टोरंटो। ਤੇ ਇੱਥੇ ਕਿਵੇਂ ਲੱਗਿਆ ਆ ਕੇ ਸੇਵਾ ਕਰਕੇ, ਕਿਵੇਂ ਰਿਹਾ ਸਾਰਾ? ਇੱਥੇ ਸੇਵਾ ਕਰਕੇ ਹਾਂ ਬਹੁਤ ਅੱਛਾ ਲੱਗ ਰਿਹਾ ਹੈ। ਤਾਂ ਇਹ ਆਈਡੀਆ ਹੀ ਕਹਿੰਦੇ ਤੁਹਾਡਾ ਸੀਗਾ ਵੀ ਇਦਾਂ ਲਿਆ ਕੇ? ਮੈਂ आई रियली फील फॉर द मैं फील करती फार्मर्स ਲਈ ਤੇ मेरे को हर्ट होता है कि अगर ये हम कनाडा में होते, वहाँ पे ऐसा कुछ नहीं होता है। पहली बात, इतने की कभी नौबत ही नहीं आती है ना। और हम इंडिया में रहते हैं और हमारे यहाँ पे हम मतलब इतनी ज़्यादा वर्किंग पॉपुलेशन है, फिर भी हमारी देश का ये हाल है। इट जस्ट हर्ट्स, दुख होता है, रोना आता है कि हम पास सब कुछ होते सोते हम अपने देश के लिए कुछ भी नहीं कर सकते।
ਸੋ ਪਰ ਇਸ ਵਾਰ ਲੱਗਦਾ ਤੁਹਾਨੂੰ ਜਿਵੇਂ ਲੋਕ ਇਕੱਠੇ ਹੋਏ ਆ, ਪੰਜਾਬ ਆ, ਹਰਿਆਣਾ, ਯੂਪੀ ਆ, ਅਲੱਗ-ਅਲੱਗ ਸਟੇਟਸ ਇਕੱਠੀਆਂ ਆਈਆਂ ਕਿ ਫਾਰਮਰਸ ਦੇ ਲਈ ਕੁਝ ਚੇਂਜ ਹੋਊਗਾ? आई होप सो, फिंगर्स क्रॉस्ड, है ना। मन तो यही करता है कि कुछ होए, ताकि बाबा मेहर रखे तो होएगा भी, राइट। बट सौखा नहीं होंदा लगता, मोदी जी ਨੂੰ देख के सौखा नहीं होंदा लगता बस। ਪਰ ਇਦਾਂ ਜਿਵੇਂ ਲੋਕ ਆ, ਤੁਸੀਂ ਸਟੇਟਸ ਨੂੰ ਆਪਾਂ ਨੇੜੇ ਆਏ ਦੇਖਿਆ, ਪੰਜਾਬ, ਹਰਿਆਣਾ, ਯੂਪੀ ਕਦੇ ਵੀ ਇੰਨਾ ਨੇੜੇ ਨਹੀਂ ਸੀਗੀਆਂ ਆਪਸ ਦੇ ਵਿੱਚ, ਬਹੁਤ ਪੋਜ਼ਿਟਿਵ ਵੀ ਹੋਰ ਚੀਜ਼ਾਂ ਨਿਕਲਣਗੀਆਂ ਇਹਦੇ ਚੋਂ। ਮੈਨੂੰ ਲੱਗਦਾ ਜੀ ਕਿ ਵੀ ਜਿੱਦਾਂ ਕਹਿੰਦੇ ਨੇ ਕਿ ਵੀ ਮਾੜਾ ਵਕਤ ਸਭ ਨੂੰ ਇਕੱਠਾ ਕਰ ਦਿੰਦਾ ਹੈ। ਇਹ ਮਾੜਾ ਵਕਤ ਨਹੀਂ ਹੈ, ਇਹ ਸਾਡੇ ਤੇ ਜਿੱਦਾਂ ਕਹਿੰਦੇ ਨੇ ਇੱਕ ਸਿਚੁਏਸ਼ਨ ਆਈ ਹੋਈ ਹੈ ਜਿਹਦੇ ਲਈ ਹਰ ਬੰਦਾ ਅੰਦਰੋਂ ਫੀਲ ਕਰਦਾ ਹੈ। ਅਸੀਂ ਦੇਖਿਆ ਹੈ ਕਿ ਵੀ ਕਿਸਾਨਾਂ ਦੇ ਬੱਚੇ ਬਾਰਡਰ ਤੇ ਵੀ ਹੈਗੇ ਹੈ, ਜਿਹੜੇ ਬਾਰਡਰ ਦੇ ਬੱਚੇ ਹੈ ਉਹ ਵਾਪਸ ਆ ਕੇ ਕਿਸਾਨੀ ਵੀ ਕਰਦੇ ਹੈ, ਤੇ ਉਹ ਜਿਹੜਾ ਸਾਡਾ ਇੱਕ ਫੀਲਿੰਗ ਹੈਗੀ ਹੈ ਨਾ, ਜਿਹੜੇ ਅਸੀਂ ਆਪਣੇ ਗਰਾਊਂਡ ਲੈਵਲ ਨਾਲ ਜੁੜੇ ਹੋਏ ਆ, ਉਹ ਸਾਨੂੰ ਹਮੇਸ਼ਾ ਵਾਪਸ ਲੈ ਕੇ ਆਏਗਾ ਕਿ ਅਸੀਂ ਕੁਝ ਨਾ ਕੁਝ ਆਪਣੇ ਦੇਸ਼ ਲਈ, ਆਪਣੇ ਸਟੇਟ ਲਈ, ਆਪਣੇ ਪੰਜਾਬ ਲਈ। ਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤੇ ਹਰਿਆਣਾ, ਰਾਜਸਥਾਨ ਕੋਈ ਪਿੱਛੇ ਨਹੀਂ ਹੈ, ਕਿਉਂਕਿ ਇਹ ਐਸੀ ਚੀਜ਼ ਹੈ ਜਿਹੜੀ ਸਭ ਦੇ ਨਾਲ ਜੁੜੀ ਹੋਈ ਹੈ। ਤੁਸੀਂ ਇੱਕ ਸਿਟੀ 'ਚ ਰਹਿੰਦੇ ਹੋ ਜਿਹਨੂੰ ਮਤਲਬ ਚੰਡੀਗੜ੍ਹ ਇੱਕ ਤਰ੍ਹਾਂ ਦਾ ਮੈਟਰੋ ਸਿਟੀ ਆ, ਹੈ ਨਾ, ਵੱਡਾ ਸ਼ਹਿਰ ਆ। ਵੱਡੇ ਸ਼ਹਿਰਾਂ ਦੇ ਵਿੱਚ ਨੈਰੇਟਿਵ ਆ ਜਿਹੜਾ ਉਹ ਸਾਡੇ ਨੈਸ਼ਨਲ ਮੀਡੀਆ ਨੇ ਇੱਕ ਵੱਖਰਾ ਖੜਾ ਕਰਿਆ ਹੋਇਆ ਫਾਰਮਰ ਦਾ, ਹੈ ਨਾ, ਉਹ ਇੱਕ ਵੱਖਰੇ ਨੈਰੇਟਿਵ ਨੂੰ ਸਿਰਜ ਰਿਹਾ ਉੱਥੇ। ਉਹਦੇ ਨਾਲੋਂ ਕਿਵੇਂ ਵੱਖ ਲੱਗਦਾ ਤੁਹਾਨੂੰ ਜਿਹੜਾ ਉਹ ਕਹਿ? मैं कह रही हाँ 1% भी नहीं शो हो रहा ਜਿਹੜਾ एक्चुअली ਇੱਥੇ ਹੋ ਰਿਹਾ ਹੈ। जो एक्चुअली सबकी हालत है, और जो एक्चुअली जितना बंदा जहाँ जुड़िया होया है ਉਹਦਾ 1% ਵੀ ਨਹੀਂ ਆਨਲਾਈਨ ਸ਼ੋ ਹੋ ਰਿਹਾ, ਤੇ ਉਹਨਾਂ ਫਾਰਮਰਸ ਨੂੰ ਕਵਰ ਹੀ ਨਹੀਂ ਕੀਤਾ ਜਾ ਰਿਹਾ। ਤੇ ਜਿਹੜਾ ਤੁਸੀਂ अर्लियर किया ਸੀਗਾ कि हमारी सारी स्टेट्स को इकट्ठे किया है, जब हम आज़ादी से पहले भगत सिंह हो गए, गांधी जी हो गए, मौलाना आज़ाद हो गए, हिंदू मुस्लिम सिख ईसाई सब खुदा के बंदे कहते ਸੀਗੇ। आज़ादी तो बाद ਅਸੀਂ सब कुछ छੱਡ ਦਿੱਤਾ, फिर अंग्रेज़ों वाली हालत ਅਸੀਂ कर देती है। आई थिंक ये मूवमेंट हम सबको एज अ कंट्री इकट्ठा लेके आएगा कि एज अ कंट्री हम लोगों ने इकट्ठा कैसे सोचना है ताकि हमारी कंट्री की प्रोग्रेस हो सके। ਬਿਲਕੁਲ ਜੀ। ਸੋ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਬਾਈ ਜੀ, ਅੱਛਾ ਆ ਜਾਓ ਵੀਰੇ। ਇਹ ਭਾਜੀ ਸਾਡੇ ਸਾਰੀ ਪਲੈਨਿੰਗ, ਸਾਰਾ ਯੋਗਦਾਨ ਇਹ ਭਰਾ ਦਾ ਹੈ। ਮੈਂ ਕਿਸੇ ਨੂੰ ਨਹੀਂ ਛੱਡੂੰਗਾ, ਸਾਰਿਆਂ ਨਾਲ ਗੱਲ ਕਰ ਲਾਂ। ਅਸੀਂ ਚਾਹੁੰਦੇ ਹਾਂ ਕਿ ਕੀ ਨਾਮ ਆ ਵੀਰੇ? जितेंद्र राठी। ਓਕੇ, ਜਤਿੰਦਰ ਰਾਠੀ। ਇਹ ਉਹੀ ਰਾਠੀ ਹੈ ਜਿਨ੍ਹਾਂ ਦੇ ਪੋਸਟਰ ਲੱਗੇ ਹੋਏ ਆ ਕਿ ਕੁਝ ਵੀ ਕਿਸਾਨੀ ਧਰਨੇ ਦੇ ਵਿੱਚ ਚਾਹੀਦਾ ਤਾਂ ਕਾਲ ਕਰੋ। हाँ, वो नफ़े सिंह राठी, हाँ मेरे फादर 2 टाइम MLA रहे हैं पहले, अच्छा। और INLD के स्टेट प्रेसिडेंट भी हैं। हाँ, बट वो पॉलिटिक्स से अलग होके हम करते हैं, सिर्फ पॉलिटिक्स इसमें कोई इन्वॉल्व नहीं है। या तो पहले दिन से जब से किसान आए हैं तब से आपने देखा होगा मेट्रो पिलर नंबर 764 पे हरियाणा पंजाब भाईचारा के नाम से हमारा लंगर ਹੈਗਾ ਉੱਥੇ, ਹਾਂ ਚੱਲਦਾ शुरू से चल रहा है वो हमारा। और सिलेंडर भी बांटे थे, लेकिन फिर वो सरकार पीछे पड़ गई तो फिर हमने वो रोक दिया काम वो। सत श्री अकाल जी। ਕਿੱਦਾਂ ਦੇਖਦੇ ਹੋ ਦੋਨੇ ਸਟੇਟਸ ਨੂੰ, ਖਾਸ ਤੌਰ ਦੇ ਉੱਤੇ ਮਤਲਬ ਹਰਿਆਣੇ ਨੇ ਇੰਨਾ ਜ਼ਿਆਦਾ ਉਹਦਾ ਮਤਲਬ ਯੋਗਦਾਨ ਆ, ਸਪਲਾਈ ਹੈ ਜਿਹੜੀ ਇੱਥੇ ਆ ਕੇ ਪੰਜਾਬ ਹਰਿਆਣਾ ਬਹਿ ਗਿਆ ਸੀਗਾ, ਜਿਹੜਾ ਬੈਠਾ ਉਹਨਾਂ ਨੂੰ ਲਗਾਤਾਰ ਸਪਲਾਈ ਹਰਿਆਣਾ ਦੇ ਪਿੰਡਾਂ ਦੇ ਵਿੱਚੋਂ ਆ ਰਹੀ ਹੈ। ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਕੀ ਚੀਜ਼ਾਂ ਲੈ ਕੇ ਆ ਰਿਹਾ। देखो, सरकार ने बहुत घटिया रणनीति बनाई इस आंदोलन को ख़त्म करने के लिए, ख़राब करने के लिए। पहले इन्होंने कोशिश की कि खट्टर साहब ने बयान दिया कि भी हरियाणा किसान का मैं शुक्रगुजार हूँ कि वो इस आंदोलन में शामिल नहीं हुआ, और फिर कैप्टन साहब से भी ऐसा ही कुछ बयान दिया है ताकि लोगों के बीच में आपस में भिड़ाव हो। लेकिन वो सब कुछ किसानों ने एक तरफ करके एकता दिखा के और अपने किसान भाइयों का साथ दिया। हम ना तो अभी इन्होंने कोशिश की हमें SYL के मुद्दे पे बांटने की, हम ना तो उस पे बटे। फिर इन्होंने कोशिश की हमें हिंदू मुसलमान के नाम पे, हिंदू सिख के नाम पे बांटने की, ना हम उस पे बटे। और फिर इन्होंने कोशिश की कि खालिस्तानियों के नाम पे इन्हें बांट दे कि ये तो आतंकवादी हैं। जो किसान इस देश का पेट पालता है, जिसे अन्नदाता कहते हैं, जिसका खाते हैं ये नेता लोग, उसी को आतंकवादी कह रहे हैं। अरे किसानों के बच्चे ही तो हैं जो वहाँ पे फौज में हैं। ਪਰ ਹੁਣ ਤਾਂ ਸਾਰੇ ਲੋਕ ਸਮਝ ਰਹੇ ਆ ਕਿ ਇਹ ਹਿੰਦੂ ਸਿੱਖ ਜਾਂ ਹਿੰਦੂ ਮੁਸਲਮ ਕੋਈ ਐਸਾ ਮੁੱਦਾ ਨਹੀਂ ਹੈ, ਕਿਤੇ ਵੋਟਾਂ ਵੇਲੇ ਫੇਰ ਤਾਂ ਨਹੀਂ ਉਹ ਜਿਵੇਂ ਪੋਲਰਾਈਜੇਸ਼ਨ ਹੁੰਦੀ ਹੈ ਉਵੇਂ। ये इन्होंने कोशिश की कि पोलराइजेशन हो जाए। अब आप नेशनल मीडिया से आप देखोगे ना, आपको नेशनल मीडिया से किसानों का मुद्दा कम और बंगाल का मुद्दा ज़्यादा दिखेगा, क्योंकि बंगाल में चुनाव है। ठीक है, जहाँ चुनाव है वहीं पे बवाल है। ठीक है ना। अब किसान के अगर हरियाणा या पंजाब में चुनाव होते तो आप यहाँ पे मुद्दा देख लेते, यही मुद्दा नेशनल मीडिया पे छाया होता।
इनका मुद्दा सिर्फ एक है कि चुनाव जीतना है, चाहे उसके लिए कुछ भी कर लेंगे, किसी भी लेवल तक गिर सकते हैं ये। अब इन्होंने कॉरपोरेट्स के लिए ये लॉ बना दिया। आप देखोगे कि अडानी अंबानी के गोडाउन बनने पहले से शुरू हो रखे हैं, उनको सबने थोड़ी आ रहे थे कि गोडाउन बना लो भाई, ऐसे कानून आने वाले हैं। ये तो उन्होंने बोला कि हम गोडाउन बना रहे हैं, तू कानून बना। ये तो ऐसे मतलब जैसे एक गुलाम होता है ना कि मैंने गोडाउन बना लिया, अब तू कानून बना दे। मोदी को ऐसे ऑर्डर कर रहा है अडानी, और वो कर रहा है ये काम। ਸੋ ਇਹ ਫਿਲਹਾਲ ਆਪਦੇ ਵੱਲੋਂ ਜਿੰਨਾ ਸਮਾਨ ਲੈ ਕੇ ਆ ਸਕਦੇ ਸੀ ਲੋਕ ਪਹੁੰਚੇ ਆ। ਤੇ ਪਿੱਛੇ ਇੱਕ ਵਾਰੀ ਤੁਹਾਨੂੰ ਸੰਧੂ ਸਾਹਿਬ ਮਾੜਾ ਦਿਖਾਇਓ ਵੀ ਕਿਵੇਂ ਇੱਥੇ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਆ। ਗਰਮ ਸੂਟ ਆ ਜਿਹਦਾ ਜਿਹੜਾ ਸਾਈਜ਼ ਆ ਉਹਦੇ ਹਿਸਾਬ ਦੇ ਨਾਲ ਦਿੱਤੇ ਜਾ ਰਹੇ ਆ ਤਾਂ ਕਿ ਕਿਸੇ ਨੂੰ ਕਿਸਾਨ ਭਰਾ ਨੂੰ ਠੰਡ ਨਾ ਲੱਗੇ। ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।